अस्सलाम वालेकुम नाज़रीन। कमर अब्बास मांझे तुहाडी खिदमत च हाज़िर आ एक नवी गल लैके ते कोशिश करांगे कि कोई अच्छा मैसेज तुहानूं दे सकीए ते कोई अच्छी गल तुहाडे नाल कर सकीए। ते अज दी जिहड़ी गल है जी, वो बड़ी एक दर्द भरी ते बड़ी दुख वाली भी है कि बिचकोड़ दे विच एक 5-7 साल दी बच्ची दे नाल ज़्यादती हुई है। पहले तो मैं ये कहांगा कि मतलब जिन्ना क ਅਸੀਂ ਇਨਸਾਨ ਹੋਣ ਤੇ ਸ਼ਰਮਿੰਦਾ ਹੋ ਸਕਦੇ ਹਾਂ, ਅਸੀਂ ਹੋ ਰਹੇ ਹਾਂ। ਦੂਜੀ ਗੱਲ ਹੈ ਕਿ ਜਿਹੜੀਆਂ ਧੀਆਂ ਹੁੰਦੀਆਂ ਨਾ ਜੀ, ਉਹਨਾਂ ਨੂੰ ਅੱਲਾਹ ਤਾਲਾ ਨੇ ਰਹਿਮਤ ਦਾ ਦਰਜਾ ਦਿੱਤਾ। ਉਹ ਜਿਸ ਘਰ ਹੁੰਦੀਆਂ, ਜਿਹਦੇ ਘਰ ਹੁੰਦੀਆਂ, ਉੱਥੇ ਰਹਿਮਤ ਦਾ ਸਾਇਆ ਹਮੇਸ਼ਾ ਕਾਇਮੋ ਦਾਇਮ ਰਹਿੰਦਾ। ਤੇ ਧੀਆਂ ਜਨਾਬ ਬਹੁਤ ਲਾਡਲੀਆਂ ਹੁੰਦੀਆਂ ਤੇ ਕਹਿ ਲਓ ਕਿ ਉਹਨਾਂ ਦੇ ਦੁੱਖ ਸੁੱਖ ਨਾਲ ਜੀਆ ਜਾਂਦਾ ਹੈ ਤੇ ਉਹਦੇ ਦੁੱਖ ਸੁੱਖ ਨਾਲ ਹੀ ਮਰਿਆ ਜਾਂਦਾ। ਅਫਸੋਸ ਕਿ ਅਸੀਂ ਉਸ ਮਹੇਜ ਦੇ ਉੱਤੇ ਅਸੀਂ ਉਸ ਮਤਲਬ ਮਾਸ਼ਰੇ ਦੇ ਵਿੱਚ ਅਸੀਂ ਜਨਮ ਲਿਆ ਜਿੱਥੇ ਸ਼ਾਇਦ ਅਸੀਂ ਇਨਸਾਨ ਕਹਿਲਾਉਣ ਦੇ ਲਾਇਕ ਨਹੀਂ ਹੈਗੇ। ਮਤਲਬ ਇੱਕ 5-7 ਸਾਲ ਦੀ ਬੱਚੀ ਦੇ ਨਾਲ ਤਸ਼ੱਦਦ ਦਾ ਉਹਦੀ ਲਾਸ਼ ਜਿਹੜੀ ਹੈ, ਕਹਿਣ ਲੱਗੇ ਨਾ ਇੱਕ ਵਾਰੀ ਦਿਲ ਨੂੰ ਖਿੱਚ ਪੈਂਦੀ ਹੈ, ਜਿਗਰੇ ਨੂੰ ਖਿੱਚ ਪੈਂਦੀ ਹੈ। ਔਰ ਮਤਲਬ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਸਿਚੁਏਸ਼ਨ ਦੇ ਉੱਤੇ ਗੱਲ ਕਰਨਾ, ਇਸ ਟੌਪਿਕ ਤੇ ਗੱਲ ਕਰਨਾ। ਲੇਕਿਨ ਮੈਂ ਮਤਲਬ ਇਸ ਲਈ ਕਿਉਂਕਿ ਹੁਣ ਥੋੜ੍ਹੀ ਦੇਰ ਪਹਿਲੇ ਰੀਸੈਂਟਲੀ ਪਹਿਲੇ ਉਹ ਇੱਕ ਵਾਕਿਆ ਹੋਇਆ ਤੇ ਮੇਰਾ ਦਿਲ ਕੀਤਾ ਕਿ ਮੈਂ ਅੱਜ ਦਾ ਜਿਹੜਾ ਹੈਗਾ ਕੁਛ ਜਿਹੜੀ ਗੱਲਬਾਤ ਹੈ ਉਹਦੇ ਉੱਤੇ ਕਰ ਦਿੰਦਾ, ਯਾਨੀ ਕਿ ਇਹਦੇ ਤੇ ਕਰ ਲਵਾਂ ਜਿਹਦੇ ਵਿੱਚ ਮਤਲਬ ਬੜਾ ਇੱਕ ਮੈਨੂੰ ਨਾ ਸ਼ੌਕ ਲੱਗਾ ਉਸ ਵਾਕਿਆ ਦਾ ਸੁਣ ਕੇ। ਡਿਚਕੋੜ ਦੇ ਵਿੱਚ 12 ਪਿੰਡ ਹੈਗਾ ਕੋਈ ਡਿਚਕੋੜ ਦਾ ਤੇ ਉਹਦੇ 'ਚ ਇਹ ਵਾਕਿਆ ਪੇਸ਼ ਆਇਆ ਤੇ ਜਿਹੜਾ ਇੱਕ ਸਵਾਲੀਆ ਨਿਸ਼ਾਨ ਆ ਸਾਡੇ ਤੇ, ਸਾਡੇ ਮਾਸ਼ਰੇ ਤੇ, ਸਾਡੇ ਸਿਸਟਮ ਤੇ, ਕਾਨੂੰਨ ਤੇ, ਮਤਲਬ ਪੁਲਿਸ ਜਿਹੜੀ ਸਾਡੀ ਮੁਹਾਫਿਜ਼ ਆ, ਜਿਹੜੀ ਸਾਨੂੰ ਹਰ ਤਰ੍ਹਾਂ ਪ੍ਰੋਟੈਕਸ਼ਨ ਜਿਹੜੀ ਹੈ, ਸਾਡੇ ਗਲੀ ਮੁਹੱਲੇ ਘਰ ਬਾਹਰ ਜਿਹੜੀ ਸਾਨੂੰ ਮਤਲਬ ਪ੍ਰੋਟੈਕਸ਼ਨ ਦੇ ਰਹੀ ਹੈ, ਲੇਕਿਨ ਉਹ ਵੀ ਇੱਥੇ ਫੇਲ ਨਜ਼ਰ ਆਉਂਦੀ ਹੈ ਕਿ ਇੱਕ ਐਡਾ ਵੱਡਾ ਵਾਕਿਆ ਜਿਹੜਾ ਹੋ ਗਿਆ ਔਰ ਅਸੀਂ ਇੱਕ ਨਹੀਂ ਹੋਇਆ ਬਲਕਿ ਇਹ ਬਹੁਤ ਦੇਰ ਤੋਂ ਵਾਕਿਆਤ ਹੋ ਰਹੇ ਆ ਔਰ ਇਹਨਾਂ ਨੂੰ ਕੋਈ ਬੰਦਾ ਅੱਜ ਤੱਕ ਟਰੇਸ ਨਹੀਂ ਸਕਿਆ, ਮਤਲਬ ਇਹਨਾਂ ਵਾਕਿਆਤ ਨੂੰ ਟਰੇਸ ਨਹੀਂ ਸਕਿਆ। ਔਰ ਐਡਾ ਵੱਡਾ ਜ਼ੁਲਮ ਹੋ ਗਿਆ ਉਸ ਤੋਂ ਬਾਅਦ ਮਤਲਬ ਮਾਮਲਾ ਜਿਹੜੇ ਆ ਮਤਲਬ ਉਹਨਾਂ ਦੀ ਕੋਈ ਸਮਝ ਨਹੀਂ ਆਈ ਕਿ ਕਿੱਥੇ ਕਿੰਨਾ ਕੀ ਹੋ ਗਿਆ ਤੇ ਕਿਹਨੂੰ ਉਹਦਾ ਮੁਰਦੇ ਇਲਜ਼ਾਮ ਠਹਿਰਾ ਕੇ ਤੇ ਕਿਹਨੂੰ ਸਜ਼ਾ ਦਿੱਤੀ ਗਈ, ਕਿਉਂਕਿ ਇਹ ਰੋਜ਼ਮਰਾ ਸਾਡੀ ਲਾਈਫ ਦੇ ਵਿੱਚ ਸਾਰੇ ਮਾਮਲਾਤ ਅਸੀਂ ਵੇਖਦੇ ਰਹਿੰਦੇ ਹਾਂ। ਤੇ ਅੱਜ ਦਾ ਜਿਹੜਾ ਮਾਮਲਾ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਤਕਲੀਫ ਦੇ ਔਰ ਬਹੁਤ ਜ਼ਿਆਦਾ ਮਤਲਬ ਕਹਿ ਲਓ ਕਿ ਦੁੱਖ ਭਰਿਆ ਵਾਕਿਆ ਜਿਹੜਾ ਹੋਇਆ ਹੈ। ਔਰ ਉਹਦੇ 'ਚ ਕੋਈ ਵਾਕਿਆਤ ਅੱਜ ਕੋਈ ਨਵੇਂ ਨਹੀਂ ਹੋਏ, ਇਸ ਤੋਂ ਪਹਿਲੇ ਬਹੁਤ ਸਾਰੇ ਵਾਕਿਆਤ ਹੋ ਚੁੱਕੇ ਆ, ਲੇਕਿਨ ਅੱਜ ਤੱਕ ਅਸੀਂ ਕੋਈ ਐਸਾ ਸਿਸਟਮ ਸਾਡੀ ਗਵਰਨਮੈਂਟ ਜਾਂ ਸਾਡੇ ਅਦਾਰੇ ਕੋਈ ਐਸਾ ਸਿਸਟਮ ਨਹੀਂ ਬਣਾ ਸਕੇ ਕਿ ਜਿਹਦੇ ਵਿੱਚ ਇਹਦੀ ਕੋਈ ਰੋਕਥਾਮ ਕੀਤੀ ਜਾਵੇ। ਬੱਚਿਆਂ ਦੇ ਨਾਲ ਜਿਹੜੇ ਰੇਪ ਕੇਸ ਆ, ਜਿਹੜੇ ਅਬਿਊਸਮੈਂਟ ਆ, ਉਹਨੂੰ ਮਤਲਬ ਰੋਕਿਆ ਜਾਵੇ। ਲੇਕਿਨ ਅਫਸੋਸ ਕਿ ਅਸੀਂ ਇਸ ਚੀਜ਼ ਦੇ ਵਿੱਚ ਨਾਕਾਮ ਰਹੇ। ਅਸੀਂ ਕੀ ਜ਼ਿਆਦਾਤਰ ਕਰ ਰਹੇ ਹਾਂ ਕਿ ਮਤਲਬ ਹੁਣ ਜਿਹੜਾ ਮਾਸ਼ਰਾ ਸਾਡਾ ਕਰ ਰਿਹਾ ਕਿ ਸਿਆਸਤ ਸਿਰ ਚੜ੍ਹੀ ਹੋਈ ਹੈ, ਮਤਲਬ ਲੀਡਰਾਂ ਨੂੰ ਪੂਜਿਆ ਜਾਣ ਡਿਆ ਵਾ, ਗਲੀ ਮੁਹੱਲੇ ਦੀ ਕੋਈ ਫਿਕਰ ਨਹੀਂ ਹੈਗੀ, ਮਤਲਬ ਘਰ-ਬਾਰ ਦੀ ਕੋਈ ਫਿਕਰ ਨਹੀਂ ਹੈ। ਅਸੀਂ ਸਿਰਫ ਚੌਂਕਾਂ 'ਚ ਬਹਿ ਕੇ ਤੇ ਆਪਣੇ ਲੀਡਰਾਂ ਦੀ ਜਿਹੜੀ ਲੜਾਈ ਹੈ ਨਾ, ਉਹਨਾਂ ਦੀ ਲੜਾਈ ਅਸੀਂ ਲੜਨ ਡਏ ਹਾਂ। ਤੇ ਮੈਂ ਸਮਝਦਾ ਕਿ ਇਹ ਇੱਕ ਲਮਹਾ ਫਿਕਰੀ ਹੈ ਹੁਣ ਇਸ ਟਾਈਮ ਕਿ ਅਗਰ ਪੂਰੇ ਮੁਲਕ ਦੇ ਵਿੱਚ ਜੰਗ ਲੱਗੀ ਹੋਈ ਹੈ ਤੇ ਜੰਗ ਕਰਨ ਡਏ ਹਾਂ, ਲੇਕਿਨ ਬਸ ਥੋੜਾ ਫਰਕ ਇਹ ਹੈ ਕਿ ਅਸੀਂ ਆਪਣੇ ਆਪ ਨਾਲ ਲੜਨ ਡਏ ਹਾਂ। ਤੇ ਇਹ ਮੇਰਾ ਖਿਆਲ ਹੈ ਕਿ ਜਿਹੜੀ ਆਪਣੇ ਆਪ ਵਾਲੀ ਜਿਹੜੀ ਜੰਗ ਹੈ ਨਾ ਜੀ, ਇਹ ਬਹੁਤ ਖਤਰਨਾਕ ਹੈ, ਬਹੁਤ ਅੰਦਰੋਂ ਅੰਦਰੀ ਸਾਨੂੰ ਖਾਈ ਜਾਣ ਡਈ ਹੈ। ਤੇ ਪਾਕਿਸਤਾਨ ਦੇ ਵਿੱਚ ਇਹਦਾ ਤਨਾਸਬ ਜਿਹੜਾ ਇਹਨਾਂ ਦੀ ਵੱਧਦਾ ਜਾ ਰਿਹਾ। ਮਤਲਬ ਤੁਸੀਂ ਵੇਖੋ ਕਿ ਉਹਨਾਂ ਮਾਂ-ਬਾਪ ਦੇ ਉੱਤੇ ਕੀ ਬੀਤ ਰਹੀ ਹੋਏਗੀ, ਉਹਨਾਂ ਕਿਉਂਕਿ ਸਾਡੀਆਂ ਵੀ ਬੱਚੀਆਂ ਤੇ ਉਹ ਵੀ ਬੱਚੀ ਸੀ ਤੇ ਕੀ ਉਹਨਾਂ ਦੇ ਉੱਤੇ ਬੀਤ ਰਹੀ ਹੋਏਗੀ, ਮਤਲਬ ਕੀ ਉਹ ਇਸ ਟਾਈਮ ਮਤਲਬ ਮੈਂ ਕਹਿੰਦਾ ਕਿ ਉਹ ਵੇਖ ਹੀ ਨਹੀਂ ਸਕਦੇ ਕਿ ਮਤਲਬ ਇਹਦੇ 'ਚ ਕੋਈ ਅਲਫਾਜ਼ ਅਸੀਂ ਕਹੀਏ ਨਾ ਕਿ ਬਣਾ ਕੇ ਅਸੀਂ ਗੱਲ ਕਰ ਲਈਏ ਤੇ ਇੱਦਾਂ ਵੀ ਨਹੀਂ ਹੋ ਸਕਦੀ। ਲੇਕਿਨ ਸਾਡੇ ਅਦਾਰੇ, ਸਾਡੀ ਗੌਰਮੈਂਟ, ਸਾਡੇ ਜਿਹੜੇ ਰਹਿਨੁਮਾ ਨਾ, ਜਿਹੜੇ ਸਾਡੇ ਲੀਡਰਾਂ ਨਾ, ਉਹਨਾਂ ਨੂੰ ਚਾਹੀਦਾ ਕਿ ਕੋਈ ਇੱਕ ਐਸਾ ਲਾਹੇ ਅਮਲ ਬਣਾਇਆ ਜਾਵੇ, ਕਿਉਂਕਿ ਜਿੰਨੀਆਂ ਵੀ ਗੌਰਮੈਂਟਾਂ ਆਈਆਂ, ਜਿੰਨਾ ਕੁਛ ਵੀ ਹੋਇਆ, ਪਹਿਲੇ ਹੁੰਦਾ ਰਿਹਾ, ਉਸ ਤੋਂ ਬਾਅਦ ਜੀ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਲੇਕਿਨ ਅੱਜ ਤੱਕ ਇਹਦੇ ਤੇ ਕਾਬੂ ਨਹੀਂ ਪਾ ਸਕੇ ਅਸੀਂ। ਔਰ ਕੀ ਹੋਇਆ
ਇੱਜ਼ਤ ਵੀ ਗਈ ਤੇ ਜਾਨ ਵੀ ਗਈ, ਜਿਹਦੇ 'ਚ ਛੋਟੇ ਬੱਚੇ ਮਤਲਬ ਬੱਚੀ, ਬੱਚਾ ਔਰ ਬਹੁਤ ਸਾਰੇ ਇਹਦੇ ਮੁਤਾਸਰੀਨ ਰਹੇ ਤੇ ਮਤਲਬ ਲੇਕਿਨ ਉਹਨਾਂ ਨੂੰ ਸ਼ਾਇਦ ਇਨਸਾਫ ਵੀ ਪੂਰੇ ਤਰੀਕੇ ਨਾਲ ਨਹੀਂ ਮਿਲ ਸਕਿਆ ਤੇ ਜਿਹੜੀ ਸਾਡੀ ਬਹੁਤ ਵੱਡੀ ਨਾਅਹਿਲੀ ਹੈ। ਤੇ ਅੱਜ ਦਾ ਜਿਹੜਾ ਵਾਕਿਆ ਮਤਲਬ ਥੋੜ੍ਹੀ ਦੇਰ ਪਹਿਲੇ ਜਦੋਂ ਮੈਂ ਉਹਨੂੰ ਗਰੁੱਪ ਦੇ ਵਿੱਚ ਵੇਖਿਆ ਔਰ ਮੈਨੂੰ ਬੜੀ ਤਕਲੀਫ, ਕਿਉਂਕਿ ਮੈਂ ਵੀ ਬੇਟੀਆਂ ਵਾਲਾ, ਤੁਸੀਂ ਵੀ ਵੇਖ ਰਹੇ ਹੋਗੇ ਡੈਫੀਨਿਟਲੀ ਗੱਲ ਕਿ ਤੁਹਾਡੇ ਘਰਾਂ 'ਚ ਵੀ ਧੀਆਂ ਭੈਣਾਂ ਹੋਣਗੀਆਂ ਤੇ ਬਸ ਅਸੀਂ ਮਤਲਬ ਆਪਣੀ ਡਗਰ ਤੋਂ ਸ਼ਾਇਦ ਹਟਦੇ ਜਾਣ ਡਏ ਹਾਂ, ਅਸੀਂ ਆਪਣੇ ਮਕਸਦ ਤੋਂ ਹਟਦੇ ਜਾਣ ਡਏ ਹਾਂ ਕਿ ਅਸੀਂ ਆਪਣੇ ਈਮਾਨ ਤੋਂ, ਮਜ਼ਹਬ ਤੋਂ ਸ਼ਾਇਦ ਅਸੀਂ ਹਟਦੇ, ਔਰ ਕੌਣ ਲੋਕ ਆ ਉਹ ਕਿ ਜਿਹੜੇ ਲੋਕ ਇੱਦਾਂ ਦਾ ਮਤਲਬ ਉਹਨਾਂ ਦੇ ਦਿਮਾਗ, ਦਿਲੋਂ ਦਿਮਾਗ ਸੁੰਨ ਹੋ ਗਏ ਆ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਜੁਰਮ ਆ ਉਹ ਕਰਨ ਲੱਗੇ ਨਹੀਂ ਸੋਚਦੇ ਕਿ ਉਹਨਾਂ ਦੇ ਘਰ ਮਾਵਾਂ ਭੈਣਾਂ ਨਹੀਂ ਹੈ, ਉਹ ਵੀ ਤੇ ਕਿਸੇ ਮਾਂ ਦੇ ਬਾਤਨ ਚੋਂ ਜੰਮੇ ਆ, ਉਹ ਵੀ ਤੇ ਮਤਲਬ ਇੱਕ ਉਹਨਾਂ ਦੀ ਮਾਂ ਵੀ ਇੱਕ ਔਰਤ ਆ, ਇੱਕ ਉਹਨਾਂ ਦੀ ਮਤਲਬ ਲੇਕਿਨ ਉਹ ਜਦੋਂ ਕਰਦੇ ਆ ਕਿਸੇ ਦੇ ਨਾਲ ਕੋਈ ਜ਼ਿਆਦਤੀ, ਖਾਸ ਕਰ ਇਦਾਂ ਦੀ ਜ਼ਿਆਦਤੀ, ਤੇ ਕੀ ਉਦੋਂ ਮਤਲਬ ਉਹਨਾਂ ਦੇ ਅੰਦਰ ਕੰਬਦੇ ਨਹੀਂ ਹੈ, ਮਤਲਬ ਅਸੀਂ ਅਜ਼ਾਬ ਵੱਲ ਜਾ ਰਹੇ ਹਾਂ, ਅਸੀਂ ਮਤਲਬ ਉਸ ਅਜ਼ਾਬ 'ਚ ਰਹਿ ਰਹੇ ਹਾਂ, ਮਤਲਬ ਸਾਡੀਆਂ ਪਰੇਸ਼ਾਨੀਆਂ, ਦੁੱਖ, ਤਕਲੀਫਾਂ ਸ਼ਾਇਦ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਘਟ ਰਿਹਾ ਹੈ, ਇਹ ਦਿਨ ਬ ਦਿਨ ਵੱਧ ਰਿਹਾ। ਉਹਦਾ ਸਭ ਤੋਂ ਜ਼ਿੰਮੇਦਾਰ ਕੌਣ ਹੈ ਕਿ ਮਤਲਬ ਜਿਹੜੇ ਸਾਡੇ ਅਦਾਰੇ ਆ, ਜਿਹੜੇ ਸਾਡੀਆਂ ਏਜੰਸੀਆਂ ਆ, ਜਿਹੜੇ ਸਾਡੇ ਮਾਮਲਾਤ ਨੂੰ ਵੇਖਦੇ ਪਏ ਆ, ਜਿਹੜੇ ਸਾਨੂੰ ਸਿਕਿਉਰਿਟੀ ਫਰਾਹਮ ਕਰ ਰਹੇ ਆ, ਉਹ ਮਤਲਬ ਕਿੰਨੀ ਹੱਦ ਤੱਕ ਇਹਦੇ ਤੇ ਕਾਬੂ ਪਾ ਸਕੇ। ਅਫਸੋਸ ਕਿ ਆਏ ਦਿਨ ਕੋਈ ਨਾ ਕੋਈ ਨਵਾਂ ਇੱਕ ਵਾਕਿਆ ਸਾਹਮਣੇ ਆਉਂਦਾ ਤੇ ਅਸੀਂ ਸਿਰਫ ਅਫਸੋਸ ਕਰਕੇ ਤੇ 4 ਦਿਨ ਅਸੀਂ ਉਹਦੇ ਤੇ ਕੋਈ ਖਬਰ ਲਾਤੀ, ਕੋਈ ਅਖਬਾਰ 'ਚ ਲੱਗ ਗਈ, ਕੋਈ ਕਿਤੇ ਲੱਗ ਗਈ, ਅਸੀਂ ਗਰੁੱਪਾਂ 'ਚ ਸ਼ੇਅਰ ਕਰ ਦਿੱਤੀ ਤੇ ਉਸ ਤੋਂ ਬਾਅਦ ਖਾਮੋਸ਼ੀ, ਉਸ ਤੋਂ ਬਾਅਦ ਕੋਈ ਉਹਦਾ ਪੁਰਸਾਨੇ ਹਾਲ ਨਹੀਂ। ਨਾ ਕਦੀ ਅਸੀਂ ਜਾ ਕੇ ਉਹਨਾਂ ਦੇ ਜਿਹੜੇ ਮੁਤਾਸਰੀਨ ਆ ਜਾਂ ਜਿਨ੍ਹਾਂ ਦੇ ਨਾਲ ਉਹ ਵਾਕਿਆ ਪੇਸ਼ ਆਇਆ, ਅਸੀਂ ਉਹਨਾਂ ਦੇ ਲਵਾਹਿਕੀਨ ਨੂੰ ਅੱਜ ਤੱਕ ਨਹੀਂ ਪੁੱਛਿਆ ਹੋਣਾ ਕਿ ਤੁਸੀਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੇ ਹੋ ਤੇ ਤੁਹਾਡੇ ਦਿਨ ਰਾਤ ਕਿਸ ਤਰ੍ਹਾਂ ਗੁਜ਼ਰ ਰਹੇ ਆ, ਔਰ ਡੈਫੀਨਿਟਲੀ ਉਹਨਾਂ ਦੇ ਦਿਨ ਰਾਤ ਕਿਸ ਤਰ੍ਹਾਂ ਗੁਜ਼ਰਨਗੇ ਕਿ ਉਹ ਕਰਬ ਦੀ ਸੂਰਤ 'ਚ ਹੀ ਗੁਜ਼ਰ ਰਹੇ ਹੋਣੇ ਆ। ਉਹਨਾਂ ਤੇ ਇੱਕ ਬਹੁਤ ਵੱਡਾ ਅਜ਼ਾਬ ਜਿਹੜਾ ਉਤਰਿਆ, ਔਰ ਮਤਲਬ ਕਿਸੇ ਨਾਲ ਵੀ ਵਾਕਿਆ ਹੋ ਸਕਦਾ, ਮੇਰੇ ਨਾਲ ਵੀ ਹੋ ਸਕਦਾ, ਤੁਹਾਡੇ ਨਾਲ ਵੀ ਹੋ ਸਕਦਾ, ਲੇਕਿਨ ਅਸੀਂ ਤੇ ਆਵਾਜ਼ ਕਿਸ ਤਰ੍ਹਾਂ ਚੱਕਣੀ ਹੈ? ਅਸੀਂ ਆਵਾਜ਼ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇੱਕ ਪੋਸਟ ਲਾ ਦਈਏ, ਮੈਂ ਤੁਹਾਡੇ ਅੱਗੇ ਬੋਲ ਪਿਆ, ਹੁਣ ਮੈਂ ਕਰ ਲਈ, ਠੀਕ ਹੋ ਗਿਆ, ਮਤਲਬ ਵਕਤੀ ਤੌਰ ਤੇ ਅਸੀਂ ਇਹਨੂੰ ਦੁੱਖ ਤਕਲੀਫ ਸਮਝਿਆ ਤੇ ਉਸ ਤੋਂ ਬਾਅਦ ਅਸੀਂ ਇਹਦੇ ਤੇ ਕੋਈ ਗੱਲਬਾਤ ਨਹੀਂ ਕੀਤੀ। ਫਿਰ ਜਦੋਂ ਕੋਈ ਨਵਾਂ ਵਾਕਿਆ ਹੁੰਦਾ, ਫਿਰ ਤਾਜ਼ੀ ਹੁੰਦੀ ਗੱਲ, ਫਿਰ ਅਸੀਂ ਇਹਨੂੰ ਗੱਲ ਨੂੰ ਅੱਗੇ ਲੈ ਕੇ ਤੁਰਦੇ ਹਾਂ। ਬਸ ਇਹ ਥੋੜ੍ਹਾ ਜਿਹਾ ਸਾਡੇ ਮਤਲਬ ਮਾਸ਼ਰੇ ਦੇ ਮਾਮਲਾਤ ਵੀ ਹੈ ਕਿ ਅਸੀਂ ਆਵਾਮ ਜਿਹੜੀ ਹੈ ਉਹ ਬਾਜ਼ ਦਫਾ ਇਹਨਾਂ ਚੀਜ਼ਾਂ ਨੂੰ ਸੋਚਦੀ ਹੈ ਕਿ ਅਗਰ ਅਸੀਂ ਕੋਈ ਆਵਾਜ਼ ਚੱਕਾਂਗੇ ਜਾਂ ਸਟੈਪ ਚੱਕਾਂਗੇ ਤੇ ਬਹੁਤ ਸਾਰੇ ਮਾਮਲਾ ਸਿੱਧੇ ਹੋ ਜਾਣਗੇ, ਲੇਕਿਨ ਬਸ ਬਦਕਿਸਮਤੀ ਨਾਲ ਇਸ ਤਰ੍ਹਾਂ ਹੋ ਨਹੀਂ ਰਿਹਾ, ਇੱਦਾਂ ਹੁੰਦਾ ਨਹੀਂ। ਤੇ ਅੱਜ ਮਤਲਬ ਮੇਰੀ ਹੁਣ ਮੈਂ ਸਮਝਾਂਗਾ ਕਿ ਮੇਰੀ ਆਈਜੀ ਸਾਹਿਬ ਅੱਗੇ, ਡਾਕਟਰ ਉਸਮਾਨ ਅਨਵਰ ਸਾਹਿਬ ਅੱਗੇ ਇੱਕ ਰਿਕੁਐਸਟ ਆ ਕਿ ਜਨਾਬ ਇਹ ਜਿਹੜੇ ਵਾਕਿਆਤ ਆ, ਕੁਝ ਇਹਨਾਂ ਦੇ ਬਾਰੇ ਕੁਝ ਐਸਾ ਇੱਕ ਸਿਸਟਮ, ਇੱਕ ਮੈਕੈਨਿਜ਼ਮ ਬਣਾਓ ਕਿ ਜਿਹਦੇ ਵਿੱਚ ਮਤਲਬ ਇਹ ਵਾਕਿਆਤ ਦੇ ਵਿੱਚ ਕਮੀ ਆ ਜਾਵੇ, ਕਮੀ ਪੇਸ਼ ਆਵੇ। ਮਤਲਬ ਸਾਨੂੰ ਪਤਾ ਕਿ ਤੁਸੀਂ ਉੱਥੇ ਬੜਾ ਸਿੰਪਲੀ ਜਿਹਾ ਜਵਾਬ, ਫਾਰਮਲ ਜਿਹਾ ਜਵਾਬ ਸੁਣਨ ਨੂੰ ਬੜੀ ਦਫਾ ਮਿਲਿਆ ਕਿ ਜਦੋਂ ਵੀ ਕਦੀ ਕਿਸੇ ਪੁਲਿਸ ਨਾਲ ਗੱਲ ਹੋਈ ਹੈ ਜਾਂ ਕਿਸੇ ਥਾਣੇ ਮਤਲਬ ਚੌਕੀ ਦੇ ਇੰਚਾਰਜ ਨਾਲ ਗੱਲ ਹੋਈ, ਥਾਣਾ ਐਸਐਚਓ ਨਾਲ ਗੱਲ ਹੋਈ, ਤੇ ਉਹਨੇ ਕਿਹਾ ਜੀ ਕਿ ਮਤਲਬ ਇਹ ਹੋ ਗਿਆ, ਅਸੀਂ ਮੌਕੇ ਤੇ ਨਹੀਂ ਸੀ ਹੈ, ਲੇਕਿਨ ਮਤਲਬ ਇਹਨਾਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ। ਕੋਈ ਗਲੀ ਮੁਹੱਲੇ 'ਚ ਇੱਦਾਂ ਦੇ ਅਸ਼ਖਾਸ ਜਿਹੜੇ ਮੁਸ਼ਤਬਾ ਜਿਹੜੇ ਲੋਕ ਆ, ਮਤਲਬ ਇਹਨਾਂ ਦੇ ਜਿਹੜੇ ਮੁਲਜ਼ਮਾਨ ਆ, ਉਹਨਾਂ ਨੂੰ ਜਲਦ ਅਜ਼ ਜਲਦ ਕੈਫੇ ਕਿਰਦਾਰ ਤੱਕ ਪਹੁੰਚਾਇਆ। ਤੇ ਅਗਲੇ ਪ੍ਰੋਗਰਾਮ ਤੱਕ ਲਈ ਕਮਰ ਅब्बास ਨੂੰ ਇਜਾਜ਼ਤ ਦਿਓ। ਅੱਲਾਹ।